सॉरी अंदर आओ तो दिखा दे जेदा लियो बड़ा अस्सलाम वालेकुम जी। ठीक अच्छा ਇਹਦਾ ਲੱਗਦਾ ਦਾ ਬੜਾ ਅੱਛਾ ਨਾ ਦੱਸੋ ਐ ਸੇਠੀ ਜਗਨਨਾਥ ਸਨ ਉਸ ਦੌਰ ਦੇ ਆਲਰੇਡੀ ਮੈਜਿਸਟ੍ਰੇਟ ਸਨ ਉਹਨਾਂ ਦਾ ਮਕਾਨ ਹਵੇਲੀ ਜਿਹੜੀ ਕਿ ਹੁਣ ਇੱਥੇ ਹਾਂ ਖੰਡਰ ਹੋ ਇੱਥੇ ਪੰਚਾਇਤ ਲੱਗਦੀ ਸੀ ਇਹ ਥੜਾ ਜਿਹੜਾ ਲੋਕ ਜਿਹੜੇ ਨੇ ਇਲਾਕੇ ਦੇ ਲੋਕ ਆਪਣੇ ਮਸਲੇ ਮਸਾਇਲ ਲੈ ਕੇ ਸਾਰੇ ਉਹਨਾਂ ਕੋਲ ਆਉਂਦੇ ਆ ਦੇਖੋ ਨਾ ਜੀ ਉੱਚੀ ਜਗ੍ਹਾ ਪਤਾ ਲੱਗ ਰਿਹਾ ਕਿ ਇੱਕ ਡੇਰਾ ਟਾਈਪ ਸੀ ਹਾਂ ਡੇਰਾ ਟਾਈਪ क्या शानदार हवेली है। ए देखो ना ए भी उस वेले दा ਸਾਰ ਦੱਸ ਰਹੇ उस वेले दी है सारा कुछ स्टेप्स और सारा कुछ। अगर कोई सेठी जगन्नाथ दी फैमिली चो ਜਿਹੜੇ ਰੋਡਸ ਦੇ ਵਿੱਚ ਇੱਥੇ ਆਲਰੇਡੀ ਮੈਜਿਸਟ੍ਰੇਟ ਸਨ ਪਾਰਟੀਸ਼ਨ ਤੋਂ ਪਹਿਲੇ ਉਹਨਾਂ ਦਾ ਕੋਈ ਉਹਨਾਂ ਦੀ ਨਸਲ ਦੇ ਵਿੱਚੋਂ ਕੋਈ ਵੀ ਸ਼ਖਸ ਸਾਡੇ ਨਾਲ ਕੰਟੈਕਟ ਕਰੇ ਤੇ ਸਾਨੂੰ ਬਹੁਤ ਖੁਸ਼ੀ ਹੋਏਗੀ। ਹੋ ਸਕਦਾ ਹੈ ਉਹ ਨਸਲ ਇਹ ਅਖੀਰਲੀ ਵੀਡੀਓਜ਼ ਦੇਖ ਰਹੀ ਹੋਵੇ, ਇਸ ਤੋਂ ਬਾਅਦ ਇਸ ਕੋਠੀ ਦਾ ਸਾਨੂੰ ਕਿਤੇ ਕੋਈ ਨਾਮੋ ਨਿਸ਼ਾਨ ਨਹੀਂ ਮਿਲੇਗਾ। ਇਹੀ ਤਕਲੀਫ ਸਾਨੂੰ ਥਾਂ ਥਾਂ ਤੇ ਜਾ ਕੇ ਹੁੰਦੀ ਹੈ ਕਿ ਪਾਰਟੀਸ਼ਨ ਤੋਂ ਪਹਿਲੇ ਦੀ ਜਿਹੜੀ ਪੰਜਾਬ ਦੀ ਤਾਰੀਖ ਜਿਹੜੇ ਥਾਵਾਂ ਦੇ ਨਾਲ ਜੁੜੀ ਹੋਈ ਸੀ ਉਹ ਥਾਵਾਂ ਬੇਦਰਦੀ ਦੇ ਨਾਲ ਬਰਬਾਦ ਹੋ ਗਈਆਂ। ਨਾ ਇੱਥੇ ਸਾਡੇ ਕੋਲ ਗਵਰਨਮੈਂਟ ਦੇ ਮਹਿਕਮੇ ਨੇ ਉਹਦੇ ਤੇ ਕੰਮ ਕੀਤਾ ਤੇ ਨਾ ਲੋਕਾਂ ਨੂੰ ਇਹ ਸ਼ਊਰ ਸੀ ਕਿ ਇਸ ਤਰ੍ਹਾਂ ਦੇ ਥਾਵਾਂ ਨੂੰ ਬਚਾਇਆ ਜਾਵੇ। ਇਸ ਦੇ ਅੰਦਰ ਇੱਕ ਸਕੂਲ ਵੀ ਬਣ ਸਕਦਾ ਸੀ, ਇਸ ਦੇ ਨਾਲ ਇੱਕ ਲਾਇਬ੍ਰੇਰੀ ਵੀ ਬਣ ਸਕਦੀ ਸੀ, ਡਿਸਪੈਂਸਰੀ ਵੀ ਬਣ ਸਕਦੀ ਸੀ ਤਾਂ ਜੇ ਇਹ ਥਾਂ ਬਚ ਜਾਂਦੀ। ਸੇਠੀ ਜਗਨਨਾਥ ਸਿਰਫ ਇੱਕ ਸੇਠੀ ਜਗਨਨਾਥ ਨਹੀਂ ਸੀ, ਸੇਠੀ ਜਗਨਨਾਥ ਦੇ ਨਾਮ ਦੇ ਨਾਲ ਪੂਰੀ ਇਸ ਏਰੀਆ ਦੀ ਤਾਰੀਖ ਜੁੜੀ ਹੋਈ ਹੋਣੀ ਹੈ। ਹੁਣ ਕੱਲ ਨੂੰ ਜਿਹੜਾ ਕਿ ਉੱਥੇ ਲੱਭੇਗਾ ਤੇ ਉਹਨੂੰ ਇਹ ਚੀਜ਼ਾਂ ਨਹੀਂ ਲੱਭਣਗੀਆਂ ਤੇ ਉਸ ਵੇਲੇ ਉਹ ਫਿਰ ਬਹੁਤ ਸਾਰੇ ਉਹਦੇ ਅੰਦਰ ਸਵਾਲ ਪੈਦਾ ਹੋਣਗੇ ਕਿ ਸ਼ਾਇਦ ਇਹ ਤਾਰੀਖ ਬਣਾਈ ਗਈ ਹੈ। ਮੌਜੂਦ ਤਾਰੀਖ ਨੂੰ ਮਹਿਫੂਜ਼ ਕਰਨਾ ਇਹੀ ਅਕਲਮੰਦ ਕੌਮਾਂ ਦਾ ਸ਼ੇਵਾ ਹੁੰਦਾ ਹੈ, ਲੇਕਿਨ ਅਫਸੋਸ ਕਿ ਪੰਜਾਬੀਆਂ ਨੇ ਆਪ ਨਹੀਂ ਇਸ ਚੀਜ਼ ਨੂੰ ਕਰ ਪਾਏ। ਔਰ ਅੱਜ ਵੀ ਜਿਹੜੀਆਂ ਕੋ ਥਾਵੇਂ ਬਚੇ ਹਨ, ਥੋੜੇ ਜਿਹੇ ਚੀਜ਼ਾਂ ਬਚੀਆਂ ਹਨ, ਅਸੀਂ ਸ਼ੁਕਰਗੁਜ਼ਾਰ ਹਾਂ ਲਾਲਾ ਜੀ ਹੋਰਾਂ ਦੇ ਜਿਨ੍ਹਾਂ ਦੇ ਕਰਕੇ ਇਹਨਾਂ ਨੇ ਦਿਖਾਇਆ। ਲੇਕਿਨ ਇੱਥੇ ਦੇਖ ਕੇ ਬਹੁਤ ਤਕਲੀਫ ਹੋ ਰਹੀ ਹੈ। ਉਹ ਨਸਲ ਜਿਹੜੀ ਉਹਨਾਂ ਦੀ ਅੱਗੇ ਕੋਈ ਹੋਣਗੀ ਉਹਨਾਂ ਦੇ ਰਿਸ਼ਤੇਦਾਰਾਂ ਦੀ, ਬਲਕਿ ਪੰਜਾਬ ਦੀ ਇੱਕ ਇੱਕ ਕਿੱਟ ਜਿਹੜੀ ਇਸ ਤਰੀਖ ਦੇ ਨਾਲ ਜੁੜੀ ਹੋਈ ਹੈ ਉਹ ਨਾ ਸਿਰਫ ਉਹਨਾਂ ਦੀ ਵਾਰਿਸ ਉਹਨਾਂ ਦੀ ਨਸਲ ਹੈ ਬਲਕਿ ਇੱਕ ਇੱਕ ਪੰਜਾਬੀ ਹੈ। ਔਰ ਇਹ ਸਾਡੇ ਸਾਹਮਣੇ ਸਾਰਾ ਕੁਝ ਹੋ ਰਹੀ ਹੈ ਔਰ ਇਹੀ ਤਕਲੀਫ ਦਾ ਇੱਕ ਸਾਡੇ ਦੇਖੋ ਹੁਣ ਜਿਹੜੀਆਂ ਸਾਡੇ ਇੰਗਲੈਂਡ ਦੇ ਵਿੱਚ ਕੁਝ ਜਿਹੜੀਆਂ ਪੁਰਾਣੀਆਂ ਬਿਲਡਿੰਗਸ ਹੁੰਦੀਆਂ ਨੇ, ਹਿਸਟੋਰਿਕ ਬਿਲਡਿੰਗਸ ਹੁੰਦੀਆਂ ਨੇ, ਉਹਨਾਂ ਨੂੰ ਬਕਾਇਦਾ ਪ੍ਰੋਟੈਕਟ ਕੀਤਾ ਜਾਂਦਾ ਹੈ। ਉਹਨਾਂ ਨੂੰ ਤੁਸੀਂ ਕੋਈ ਚੇਂਜ ਨਹੀਂ ਕਰ ਸਕਦੇ। ਜੇ ਕੋਈ ਚੀਜ਼ ਖਰਾਬ ਵੀ ਹੋ ਜਾਵੇ ਤਾਂ ਉਸ ਨੂੰ ਉਸੇ ਹੀ ਢੰਗ ਦੇ ਨਾਲ ਰਿਕਵਰ ਕੀਤਾ ਜਾਂਦਾ ਹੈ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਪੁਰਾਣੀ ਹਿਸਟਰੀ ਹੈ ਉਹਨੂੰ ਉਹਨਾਂ ਪ੍ਰੋਟੈਕਟ ਨਹੀਂ ਕੀਤਾ ਜਾ ਰਿਹਾ, ਉਹਨੂੰ ਉਹਨਾਂ ਬਚਾਇਆ ਨਹੀਂ ਜਾ ਰਿਹਾ। ਜੇ ਬਚਾਈਏ ਤੇ ਸਾਡਾ ਇਤਿਹਾਸ ਬਚ ਸਕਦਾ ਹੈ, ਸਾਡਾ ਪਿਛੋਕੜ ਬਚ ਸਕਦਾ ਹੈ, ਸਾਡਾ ਵਿਰਸਾ ਜਿਹੜਾ ਹੈ ਅਮੀਰ ਵਿਰਸਾ ਜਿਹਨੂੰ ਅਸੀਂ ਕਹਿੰਦੇ ਆ ਉਹਨੂੰ ਅਸੀਂ ਮਹਿਫੂਜ਼ ਰੱਖ ਸਕਦੇ ਹਾਂ। ਪਰ ਥੋੜਾ ਜਿਹਾ ਮੈਨੂੰ ਲੱਗਦਾ ਸਰਕਾਰਾਂ ਨੂੰ, ਆਮ ਆਵਾਮ ਨੂੰ, ਆਮ ਦੁਨੀਆ ਨੂੰ ਵੀ ਥੋੜਾ ਜਿਹਾ ਇਹਦੇ ਵੱਲ ਖਿਆਲ ਕਰਨਾ ਪਵੇਗਾ ਮੇਰੇ ਹਿਸਾਬ ਦੇ ਨਾਲ। ਜਦੋਂ ਤੱਕ ਪਬਲਿਕ ਅਵੇਅਰ ਨਹੀਂ ਹੁੰਦੀ ਸਰਕਾਰਾਂ ਕਿਸੇ ਵੀ ਏਰੀਆ ਦੀਆਂ ਕੋਈ ਕੱਖ ਨਹੀਂ ਕਰਦੀਆਂ। ਲੇਕਿਨ ਲੋਕਾਂ ਨੂੰ ਇਹ ਹੋਣਾ ਚਾਹੀਦਾ ਹੈ ਕਿ ਕਮ ਅਜ਼ ਕਮ ਜਿਸ ਘਰ ਦੇ ਵਿੱਚ ਇੱਟਾਂ ਲੱਗਣ ਤੇ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੇਠੀ ਜਗਨਨਾਥ ਦੀ ਉਸ ਹਵੇਲੀ ਦੀਆਂ ਇੱਟਾਂ ਹਨ, ਤਾਂ ਕਿ ਕੱਲ ਨੂੰ ਕਿ ਅਸੀਂ ਉਸ ਤਾਰੀਖ ਨੂੰ ਲੱਭੀਏ, ਕੋਈ ਉਹਦੇ ਨਾਲ ਕਨੈਕਸ਼ਨ ਕੋ ਜੋੜਨਾ ਚਾਹਵੇ ਤੇ ਪਤਾ ਹੋਵੇ ਕਿ ਉਸ ਘਰ ਦੀਆਂ ਇਹ ਇੱਟਾਂ ਹਨ। ਇਹ ਜਿਹੜਾ ਘਰ ਇੱਥੇ ਬਣ ਰਹੀ ਹੈ ਜੀ, ਇਹ ਕੌਣ ਬਣਾ ਰਹੇ? ਇਹ ਜਿਹੜੀ ਕੰਸਟਰਕਸ਼ਨ ਕਰ ਰਹੇ ਨੇ। ਥੋੜਾ ਜਿਹਾ ਅਗਰ ਉਹਨਾਂ ਨੂੰ ਇਹ ਕਹਿਤਾ ਜਾਵੇ ਕਿ ਕੋਈ ਇੱਕ ਛੋਟੀ ਮੋਟੀ ਦੀਵਾਰ ਇਸ ਦੀ ਬਚਾ ਲਈ ਜਾਵੇ, ਰਿਕੁਐਸਟ ਕੀਤੀ ਜਾਵੇ ਕਿ ਕੱਲ ਨੂੰ ਕਿੱਥੇ ਲੱਭਣਾ ਵਾ। ਚੌਥੀ ਜਗ੍ਹਾ ਤੇ ਸੇਲ ਹੋ ਚੁੱਕੀ ਹੈ ਜਗ੍ਹਾ, ਹੁਣ ਬਹੁਤ ਜ਼ਿਆਦਾ ਕਮਰੇ ਬਣੇ ਸਨ ਸਾਰੇ ਨਾ। ਜੀ 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 ਥੋੜਾ ਜਿਹਾ ਅੱਗੇ ਦੇਖੀਏ ਤੇ ਆਓ ਇਹਨੂੰ ਫੈਸਲ ਸਾਹਿਬ ਇਹਨੂੰ ਦਿਖਾ ਦਿਓ ਇਸ ਚੀਜ਼ ਨੂੰ। ਇਸ ਤੋਂ ਬਾਅਦ ਇਹ ਨਹੀਂ ਲੱਭਣਗੀਆਂ। ਮੇਰੇ ਜਿਹੜੀ ਤਕਲੀਫ ਹੈ, ਮੇਰੇ ਅੰਦਰ ਦੀ ਇੱਕ ਹੂਕ ਹੈ, ਉਹ ਇਹ ਹੈ ਕਿ ਇਹ ਇਸ ਤੋਂ ਬਾਅਦ ਨਹੀਂ ਮਿਲੇਗੀ। ਸੋ ਇਹਦਾ ਨਾਮ ਮਿਲਣਾ ਉਸ ਪੂਰੀ ਤਾਰੀਖ ਦਾ ਨਾਮ ਮਿਲਣਾ। ਕਿਆ ਸ਼ਾਨਦਾਰ ਬਿਲਡਿੰਗ ਔਰ ਕਿਆ ਸ਼ਾਨਦਾਰ ਚੀਜ਼ਾਂ। ਅਗਰ ਅਸੀਂ ਦੇਖੀਏ ਤੇ ਛਤੀਰ, ਇਹ ਦਰਵਾਜ਼ੇ ਕਿਆ ਹੀ ਖੂਬਸੂਰਤ, ਇੱਕ ਇੱਕ ਚੀਜ਼ ਇੱਕ ਇੱਕ ਐਸੀ ਕਮਾਲ ਦੀ ਚੀਜ਼ ਹੈ। ਲੱਕੜੀ ਦਾ ਕਿੰਨੀ ਤਰਤੀਬ ਨਾਲ ਬਿਹਤਰੀਨ ਕਰਕੇ ਬਣਾਇਆ ਹੈ ਦਰਵਾਜ਼ੇ ਲੱਕੜੀ ਦੇ। ਓਏ ਹੋਏ ਕਿਵੇਂ ਅਸੀਂ ਕੁਕੜੀਆਂ ਦੇ ਖੁੱਡੇ ਬਣਾਤੇ ਤੇ ਹਰ ਇੱਕ ਚੀਜ਼ ਕਿਵੇਂ ਬਰਬਾਦ ਕਰ ਲਈ ਆਪਣੇ ਹੱਥੀਂ। ਅਸੀਂ ਛੱਤ ਕਿਸ ਤਰ੍ਹਾਂ ਦੀ ਹੈ? ਸ਼ਤੀਰਾਂ ਦੀ ਲੱਕੜੀ ਸ਼ਤੀਰ ਲੱਗੇ ਹੋਏ ਨੇ, ਤੀਰ ਤੇ ਬਾਲੇ। ਕਿਆ ਸ਼ਾਨਦਾਰ ਲੱਕੜੀ ਹੈ ਜਿਹੜੀ ਅਜੇ ਵੀ ਇੰਜ ਪਈ ਹੈ। ਇਹ ਦੇਖੋ, ਇਹ ਉਸ ਵੇਲੇ ਦੇ ਦਰਵਾਜ਼ਾ ਇੱਕ ਐਸਾ ਨਜ਼ਰ ਆ ਰਿਹਾ ਹੈ ਔਰ ਇਹਦੀ ਅਗਰ ਅਸੀਂ ਲੱਕੜ ਦੇਖੀਏ ਤੇ ਇਸ ਦੀ ਕਿਤਨੀ ਮੋਟਾਈ ਔਰ ਕਿਤਨੀ ਸ਼ਾਨਦਾਰ ਹੈ। ਇਹ ਸਾਰਾ ਕੁਝ ਜਿਹੜਾ ਮੈਂ ਬਾਰ-ਬਾਰ ਕਹੀ ਜਾ ਰਹੀ ਹਾਂ ਕਿ ਇਹਨੂੰ ਸ਼ਾਇਦ ਕਿਸੇ ਮਿਊਜ਼ੀਅਮ ਦੇ ਵਿੱਚ ਰੱਖਣ ਦੀ ਲੋੜ ਸੀ, ਲੇਕਿਨ ਇੱਥੇ ਤੇ
ਪਤਾ ਨਹੀਂ ਹੁਣ ਇਸਨੇ ਕਿੱਥੇ ਜਾ ਕੇ ਬਾਲਣ ਬਲਣਾ ਹੈ ਔਰ ਇਹ ਅੱਗ ਦੀ ਨਜ਼ਰ ਹੋ ਜਾਣਾ ਹੈ, ਕੱਖ ਨਹੀਂ ਲੱਭਣਾ। ਅਗਰ ਅਸੀਂ ਇਸ ਨੂੰ ਇੱਥੇ ਦੇਖੀਏ ਫਿਰ ਇੱਕ ਇੱਕ ਚੀਜ਼ ਕਿਤਨੀ ਸ਼ਾਨਦਾਰ ਹੈ, ਕਿਤਨੀ ਤਕਲੀਫ ਦੀ ਗੱਲ ਹੈ ਕਿ ਬਚ ਕੁਛ ਨਹੀਂ ਪਾ ਰਹੀ ਹੈ। ਠੀਕ ਹੈ ਅਗਰ ਇਹ ਚੀਜ਼ਾਂ ਪੁੱਟੀਆਂ ਵੀ ਗਈਆਂ ਕਿਤੇ ਐਸੀ ਜਗ੍ਹਾ ਤੇ ਚੀਜ਼ਾਂ ਲੱਗ ਜਾਂਦੀਆਂ ਜਿੱਥੇ ਪਤਾ ਹੁੰਦਾ ਕਿ ਫਲਾਣੀ ਹਵੇਲੀ ਦੀਆਂ ਹਨ। ਇਹ ਦਰਵਾਜ਼ਾ ਸ਼ਾਇਦ ਅਜੇ ਵੀ 100 ਸਾਲ ਚੱਲ ਜਾਵੇ, ਲੇਕਿਨ ਇਸ ਚੀਜ਼ ਦਾ ਕਿਸੇ ਨੂੰ ਪਤਾ ਨਹੀਂ ਹੈ। ਇਹ ਦਰਵਾਜ਼ਾ ਅਜੇ ਵੀ 100 ਸਾਲ ਚੱਲ ਸਕਦਾ ਹੈ, ਸ਼ਾਇਦ ਅੱਜ ਦਾ ਬਣਾ ਹੋਇਆ 20 ਸਾਲ ਵੀ ਨਾ ਚੱਲੇ, ਲੇਕਿਨ ਇਹ ਚੱਲ ਸਕਦਾ ਹੈ। ਲੇਕਿਨ ਚਲਾਣਾ ਕਿੰਨੇ ਹੈ? ਇਹ ਹੈ ਪੰਜਾਬੀਆਂ ਦੀ ਉਹ ਇਗਨੋਰੈਂਸ ਜਿਹੜੀ ਆਪਣੀ ਮਿੱਟੀ ਆਪਣੀ ਤਾਰੀਖ ਦੇ ਨਾਲ ਹੈ ਔਰ ਸਾਡਾ ਸਾਰਾ ਸਾਡੇ ਸਾਹਮਣੇ ਕੁਝ ਬਰਬਾਦ ਹੋ ਰਿਹਾ ਹੈ, ਲੇਕਿਨ ਸਾਨੂੰ ਅਹਿਸਾਸ ਨਹੀਂ ਹੁੰਦਾ। ਅਸੀਂ ਉਦੋਂ ਰੋਵਾਂਗੇ ਜਦੋਂ ਸਾਡੇ ਕੋਲ ਸਾਡਾ ਕੱਖ ਨਹੀਂ ਬਚੇਗਾ ਔਰ ਅਸੀਂ ਅਸਾਰ ਲੱਭਾਂਗੇ, ਨਮੂਨੇ ਲੱਭਾਂਗੇ, ਲੇਕਿਨ ਉਦੋਂ ਬਹੁਤ ਦੇਰ ਹੋ ਚੁੱਕੀ ਹੈ।